जे गल कल्ले आ 3 कानूनां दी हुंदी मैं तां नहीं आउंदा सी, जे गल कल्ली करप्शन दी हुंदी फिर भी नहीं आउंदा सी, जे कल्ली नौकरियां दी गल हुंदी होर साडे आ सारे बाई नहीं आउंदे सी। असीं बैठे क्यों आ इत्थे? क्योंकि असीं लड़ाई आपदी होंद दी लड़ी जाने आ। जदों होंद ते गल आ गई, गल्ली इकल्ली कानूनां 3 कानून बनाते इहदी गल नहीं आ। गल इह आ जेड़ा जेड़ा पंजाबी आपदे आप नूं कहंदा, चाहे साडे पुलिस वाले बाई आ सारे खड़े आ, क्योंकि सभ्याचार उन्हां च भी वसदा। इस धरती नूं उन्हां ने ही पैदा किया होया उन्हां नूं। कोई साडी एडमिनिस्ट्रेशन दा पार्ट आ, कोई साडी किसी पोलिटिकल राजसी धिर दा पार्ट आ, कोई लोकां दा पार्ट आ, कोई किसान आ, कोई शहरां च बैठा बंदा ਜਿਹੜਾ ਆਪਦੇ ਆਪ ਨੂੰ ਪੰਜਾਬੀ ਕਹਿੰਦਾ, ਪੰਜਾਬੀ ਰੂਹ ਆ, ਉਹ ਆਪਦੀ ਹੋਂਦ ਦੀ ਲੜਾਈ ਲੜ ਰਿਹਾ। ਕਿਉਂਕਿ ਤੁਸੀਂ ਇਹ 3 ਕਾਨੂੰਨ ਦੇਖ ਲਓ, ਇਹ ਕਿਸੇ ਸਾਜ਼ਿਸ਼ ਦੇ ਅਧੀਨ ਆ, ਔਰ ਸਾਜ਼ਿਸ਼ ਆ ਬਹੁਤ ਸਮੇਂ ਤੋਂ ਸਰਕਾਰਾਂ ਇੱਕ ਭਾਰਤੀ ਕੌਮ ਸਿਰਜਣ ਦੀ ਸਾਜ਼ਿਸ਼ ਕਰ ਰਹੀਆਂ, ਜਿੱਥੇ ਇੱਕ ਹੋਮੋਜੀਨੀਅਸ ਇੱਕੋ ਤਰ੍ਹਾਂ ਦਾ ਸਮਾਜ ਸਿਰਜਣਾ ਚਾਹੁੰਦੀਆਂ। ਉੱਥੇ ਤੁਹਾਨੂੰ ਆਪਦੇ ਆਪ ਨੂੰ ਪੰਜਾਬੀ ਕਹਿਣਾ ਉਹਨਾਂ ਨੂੰ ਮਨਜ਼ੂਰ ਨਹੀਂ ਆ। ਜੇ ਤੁਸੀਂ ਪੰਜਾਬੀ ਬੋਲੀ ਨੂੰ ਆਪਦੀ ਮਾਂ ਬੋਲੀ ਕਹੋਗੇ ਉਹਨਾਂ ਨੂੰ ਮਨਜ਼ੂਰ ਨਹੀਂ ਆ। जे आपदे आप नूं प्रभाषित तुसीं कहोगे भी असीं विलखण आ, साडे इतिहास साडे फलसफे तो साडी जिहड़ी आइडेंटिटी उहदे नाल जुड़ी हुई आ, उहनां नूं मंजूर नहीं आ। वो प्रभाषित भी तुहानूं आप करनगे। सो जदों सरकार इहो जिहियां साजिशां घड़दी आ, इहो जिहे कानून घड़दी आ भी साडे तो साडी धरती खोली, हुण जे साडे तो साडी धरती खोली, साडा सभ्याचार, साडे फलसफे, साडी सियासत, क्योंकि देखो ये गल कहनी बड़ी असी गैर जिम्मेदाराना गल हुंदी है भी सियासत नाल साडा कोई लिंक नहीं, पर हर रूह दा हर बंदे दा सियासत नाल बहुत बड़ा लिंक आ। जिथे धर्म आ उथे सियासत आ, धर्म बड़ा सियासत छोटी। सो सियासत भी साडी लै जाणगे नाल दी नाल। जदों साडे तो ये सब कुछ खुर गया फिर असीं कह लईए भी असीं बचांगे, पंजाबी बचांगे, साडे शहर या पिंड बच जाणगे, सब कुछ खुर जू, साडे पल्ले कुछ नहीं रहना। तुसीं तुर जाओ अमरीका कनेडा आस्ट्रेलिया नूं, पर अमरीका कनेडा आस्ट्रेलिया भी तुहाडी इज्जत तां ही करदा, तुहाडे पिछे पंजाब तुहाडे पिठ ते खड़दा, ते इह धरती तुहाडी आ। जे इत्थों पैर तुहाडे इन्हां ने इत्थों पैर उखड़ गए तो सारी दुनिया च साडे किते पैर नहीं लगने। इह इतिहास च भी इहदियां साडे कोले बहुत वड्डियां वड्डियां उदाहरणां ते एग्जाम्पल्स पईआं। जदों होंद दी गल आउंदी आ फिर पिंडां शहरां ते किसी वर्गां ते गल सीमित नहीं रहिंदी। फिर जे असीं कहीए किसान जथेबंदियां, ओह तां एक गल कहिंदियां भी सिੱਖਾਂ ਨੂੰ तां असीं लंगर दी सेवा दित्ती है। जे सिੱਖਾਂ ਨੂੰ लंगर दी सेवा दित्ती आ, इस धरती ते जे कोई लड़ाई लड़ी जानी आ, ਉਹ ਅਸੀਂ ਕਹਿ ਦਈਏ ਸਿੱਖ ਫਲਸਫੇ ਤੋਂ ਜਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਪਾਸੇ ਹੋ ਕੇ ਲੜ ਲਾਂਗੇ, ਇਹ ਤਾਂ ਹੋ ਹੀ ਨਹੀਂ ਸਕਦਾ ਨਾ। ਅਸੀਂ ਕਿਸੇ ਮਾਰਕਸਿਸਟ ਜਿਹੜੀ ਵਿਚਾਰਧਾਰਾ ਜਿਹਨੂੰ ਕਮਿਊਨਿਜ਼ਮ ਜਾਂ ਕਿਸੇ ਸੋਸ਼ਲਿਜ਼ਮ ਜਾਂ ਨੈਸ਼ਨਲਿਜ਼ਮ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਜੇ ਲੜਾਈ ਲੜਾਂਗੇ ਤਾਂ ਉਹ ਤਾਂ ਇਸ ਧਰਤੀ ਤੋਂ ਪੈਦਾ ਹੀ ਨਹੀਂ ਹੋਈ। ਇਸ ਧਰਤੀ ਨੇ ਜਿਹੜੀ ਵਿਚਾਰਧਾਰਾ ਨੂੰ ਇਵੋਲਵ ਕੀਤਾ, ਹੌਲੀ ਹੌਲੀ ਅਸੀਂ ਸਮਝਿਆ ਉਹ ਗੁਰੂ ਨਾਨਕ ਸਾਹਿਬ ਦੀਆਂ ਸਿੱਖ ਫਲਸਫਾ ਔਰ ਸਿੱਖ ਧਰਮ ਦੀ ਗੱਲ ਨਹੀਂ ਮੈਂ ਕਰ ਰਿਹਾ, ਸਿੱਖ ਫਲਸਫੇ ਦੀ ਸਿੱਖ ਮਾਡਲ ਦੀ ਗੱਲ ਕਰ ਰਿਹਾ। ਕਿਵੇਂ ਆ? ਧਰਮ ਨੂੰ ਆਪਾਂ ਇੱਕ ਵਾਰੀ ਪਾਸੇ ਰੱਖ ਦਿੰਨੇ ਆ, ਸਿੱਖ ਮਾਡਲ ਦੀ ਗੱਲ ਕਰ ਰਹੇ ਹਾਂ। ਕਿਹੜਾ ਮਾਡਲ ਆ ਇਹ? ਉਹ ਮਾਡਲ ਆ ਜਿੱਥੇ ਅਸੀਂ ਰੋਜ਼ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੋਈ ਹੋਰ ਕੌਮ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੋਵੇ, ਕਿਸੇ ਹੋਰ ਖਿੱਤੇ 'ਚ ਰੋਜ਼ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੋਵੇ, ਸਾਡੇ ਜਿੱਥੇ ਅਰਦਾਸ ਹੋਊਗੀ, ਜਦੋਂ ਗੁਰਬਾਣੀ ਪੜ੍ਹੀ ਜਾਊਗੀ, ਨਾਲ ਹੀ ਸਰਬੱਤ ਦੇ ਭਲੇ ਦੀ ਅਰਦਾਸ ਹੋਊਗੀ। ਉੱਥੇ ਕੋਈ ਦਰਜਾ ਬਦਰਜੀ ਰਹਿ ਜਾਂਦੀ ਆ? ਜਮਾਂ ਹੀ ਨਹੀਂ। ਕੋਈ ਊਚ ਨੀਚ ਜਾਤ ਪਾਤ ਰਹਿ ਜਾਂਦੀ ਹੈ? ਜਮਾਂ ਹੀ ਨਹੀਂ। ਸਾਡੇ ਲਈ ਤਾਂ ਜਦੋਂ ਮੰਗੀ ਸਰਬੱਤ ਦਾ ਭਲਾ ਲਿਆ, ਫਿਰ ਜਿਹਦੇ ਮਰਜ਼ੀ ਨਾਲ ਜ਼ੁਲਮ ਹੋ ਰਿਹਾ ਹੋਵੇ, ਜ਼ਬਰ ਹੋ ਰਿਹਾ ਹੋਵੇ, ਜਿਹਦੇ ਤੇ ਅਸੀਂ ਖੜੇ ਹੋ ਜਾਵਾਂਗੇ। ਉੱਥੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਮਨੁੱਖ ਨੂੰ ਕਿਵੇਂ ਦੇਖਿਆ ਜਾਂਦਾ? ਮਾਨਸ ਕੀ ਜਾਤ ਸਭੇ ਏਕੋ ਪਹਿਚਾਣ ਬੋ। ਇਹਦਾ ਮਤਲਬ ਜਿਹੜਾ ਕੋਈ ਅਕਾਲ ਪੁਰਖ ਆ, ਨਿਰੰਕਾਰ ਆ, ਉਹ ਇੱਕ ਆ, ਤੇ ਉਹਨੇ ਮਨੁੱਖਾਂ ਨੂੰ ਵੀ ਇੱਕ ਰੂਪ 'ਚ ਪੈਦਾ ਕੀਤਾ ਗਿਆ, ਕੋਈ ਦਰਜਾ ਬਦਰਜੀ ਨਹੀਂ। ਸੋ ਐਡਾ ਵੱਡੇ ਫਲਸਫੇ ਨੂੰ ਛੱਡ ਕੇ, ਇਸ ਸਿਧਾਂਤ ਨੂੰ ਛੱਡ ਕੇ
ਜੇ ਅਸੀਂ ਕਹਾਂਗੇ ਅਸੀਂ ਲੜਾਈ ਲੜ ਲਾਂਗੇ, ਅਸੀਂ ਨਹੀਂ ਲੜ ਸਕਦੇ। ਸਾਨੂੰ ਨਹੀਂ ਪਤਾ ਉਹ ਕਿਸੇ ਹੋਰ ਖਿੱਤੇ ਚੋਂ, ਕਿਸੇ ਹੋਰ ਧਰਤੀ ਚੋਂ ਕਮਿਊਨਿਸਟ ਵਿਚਾਰਧਾਰਾ ਪੈਦਾ ਹੋਈ ਹੈ, ਕਿਸੇ ਹੋਰ ਧਰਤੀ ਚੋਂ ਨੈਸ਼ਨਲਿਜ਼ਮ ਪੈਦਾ ਹੋਇਆ, ਕਿਸੇ ਹੋਰ ਧਰਤੀ ਚੋਂ ਸੋਸ਼ਲਿਜ਼ਮ ਪੈਦਾ ਹੋਇਆ। ਉਹਨੂੰ ਪੜੂਥਨ ਲਾ ਕੇ ਇੱਥੇ ਅਸੀਂ ਇਸ ਖਿੱਤੇ 'ਚ ਜੇ ਉਹਨੂੰ ਅਪਲਾਈ ਕਰਾਂਗੇ, ਉਹ ਨਹੀਂ ਹੋ ਸਕਦਾ, ਅਸੀਂ ਨਹੀਂ ਲੜ ਸਕਦੇ। ਸਾਨੂੰ ਕਿਉਂਕਿ ਇਤਿਹਾਸ ਨੂੰ ਸਮਝਣਾ ਵੀ ਬੜਾ ਵੱਡਾ ਗੁਣ ਹੁੰਦਾ, ਔਰ ਇਹਦੇ 'ਚ ਅਸੀਂ ਬਹੁਤ ਵੱਡੀ ਇਕਾਈ ਕਰ ਜਾਂਦੇ ਹਾਂ, ਕੌਮਾਂ ਇਕਾਈਆਂ ਕਰ ਜਾਂਦੀਆਂ। ਇਤਿਹਾਸ ਨੂੰ ਸਮਝਣਾ, ਉਹਦੇ ਅਹਿਸਾਸ ਹੂ ਸਮਝ ਲੈਣੇ ਬਹੁਤ ਔਖਾ। ਕੋਈ ਬੰਦਾ, ਕੋਈ ਸ਼ਖਸੀਅਤ ਇਤਿਹਾਸ ਦੀ ਜੇ ਅਸੀਂ ਕਹੀਏ ਵੀ ਉਹਨੇ ਐ ਸੋਚਿਆ ਹੋਣਾ, ਇਸ ਸ਼ਖਸੀਅਤ ਨੇ, ਮੰਨ ਲਓ ਅਸੀਂ ਜੇ ਆਪਦੇ ਰਹਿਬਰਾਂ ਦੀ ਗੱਲ ਕਰੀਏ ਜਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰੀਏ, ਉਹਨਾਂ ਨੂੰ ਅਸੀਂ ਸਮਝੀਏ ਵੀ ਜਦੋਂ ਉਹਨਾਂ ਨੇ ਸਰਹੰਦ ਤੇ ਹਮਲਾ ਕੀਤਾ, ਉਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੋਊਗਾ, ਉਦੋਂ ਮੌਸਮ ਕੀ ਹੋਊਗਾ, ਉਹਨਾਂ ਦੇ ਆਸ-ਪਾਸ ਜਿਹੜੇ ਉਹਨਾਂ ਦੇ ਜਰਨੈਲ ਆ ਉਹ ਕੀ ਕਹਿੰਦੇ ਹੋਣਗੇ, ਜਾਂ ਉਸ ਵੇਲੇ ਸਾਰੀ ਰਾਜਸੀ ਜਿਹੜੀ ਇੱਕ ਬੰਤਰ ਆ, ਤਾਣਾ ਬਾਣਾ, ਉਹ ਕੀ ਹੋਊਗਾ, ਸੈਂਟਰ ਦਾ ਜਦੋਂ ਦਿੱਲੀ ਸਰਕਾਰ ਦਾ ਕੀ ਰੋਲ ਸੀ, ਸਰਹੰਦ ਸਰਕਾਰ ਦਾ ਕੀ ਰੋਲ ਆ, ਇਹਨੂੰ ਹੂ ਸਮਝ ਸਕਦੇ ਹਾਂ ਅਸੀਂ? ਨਹੀਂ ਸਮਝ ਸਕਦੇ। ਇੱਕ ਅਪਰੋਕਸੀਮੇਸ਼ਨ ਹੀ ਲਾਈ ਜਾ ਸਕਦੀ ਹੁੰਦੀ ਹੈ ਇਤਿਹਾਸ ਬਾਰੇ, ਇਤਿਹਾਸ ਦੀਆਂ ਸ਼ਖਸੀਅਤਾਂ ਬਾਰੇ ਇੱਕ ਅਪਰੋਕਸੀਮੇਸ਼ਨ ਲਾਈ ਜਾ ਸਕਦੀ ਹੁੰਦੀ ਆ। ਇਤਿਹਾਸ ਨੂੰ ਸਮਝਿਆ ਨਹੀਂ ਜਾ ਸਕਦਾ ਹੁੰਦਾ ਹੂ। ਜੇ ਅਸੀਂ ਕਹੀਏ ਸਾਨੂੰ ਸਟੀਕ ਗੱਲ ਪਤਾ ਇਤਿਹਾਸ ਦੀ, ਬਹੁਤ ਵੱਡਾ ਅਸੀਂ ਇਹਦੇ ਤੇ ਚਾਹੇ ਇਹਦੇ ਤੇ ਰਿਸਰਚ ਕਰ ਲਈਏ, ਉਦੋਂ ਬਾਅਦ ਵੀ ਸਟੀਕ ਗੱਲ ਤੇ ਨਹੀਂ ਆ ਸਕਦੇ। ਸੋ ਸਾਡਾ ਇਤਿਹਾਸ, ਫਿਰ ਅਗਲੀ ਗੱਲ, ਆਪਦੇ ਇਤਿਹਾਸ ਨੂੰ ਸਮਝਣਾ ਫਿਰ ਥੋੜਾ ਜਿਹਾ ਸੌਖਾ ਹੁੰਦਾ, ਕਿਸੇ ਹੋਰ ਦੇ ਇਤਿਹਾਸ ਨੂੰ ਸਮਝਣਾ ਬਹੁਤ ਔਖਾ ਹੁੰਦਾ। ਹੁਣ ਜਿਹੜੇ ਬਾਕੀ ਫਲਸਫੇ ਆ ਕਿਸੇ ਹੋਰ ਇਤਿਹਾਸ ਚੋਂ ਪੈਦਾ ਹੋਏ ਆ, ਉਹਨੂੰ ਅਸੀਂ ਨਹੀਂ ਸਮਝ ਸਕਦੇ। ਸਾਡੀ ਮਾਨਸਿਕਤਾ ਵੱਖਰੀ ਆ, ਇੱਥੇ ਵਾਤਾਵਰਨ ਵੱਖਰਾ, ਅਸੀਂ ਬਿਹੇਵੀਅਰ ਤੌਰ ਤੇ ਵੱਖਰੇ, ਸਾਡੀ ਬੋਲੀ ਉਹਨਾਂ ਤੋਂ ਵੱਖਰੀ ਆ, ਸਾਡਾ ਪਹਿਰਾਵਾ, ਖਾਣਾ ਪੀਣਾ ਸਭ ਵੱਖਰਾ। ਸੋ ਇਸ ਖਿੱਤੇ ਨੇ ਇਸ ਦੁਨੀਆ ਨੂੰ ਜਿਹੜਾ ਇਤਿਹਾਸ ਦਿੱਤਾ, ਉਹਦਾ ਫਲਸਫਾ ਕੀ ਆ? ਉਹਦਾ ਫਲਸਫਾ ਉਹੀ ਆ ਜਦੋਂ ਗੁਰੂ ਨਾਨਕ ਸਾਹਿਬ ਨੇ ਪਾਂਡੇ ਦੀ ਫੱਟੀ ਤੇ ਏਕਮਕਾਰ ਵਾਤਾ ਸੀ ਤੇ ਸਾਰੀਆਂ ਬਣੀਆਂ ਹੋਈਆਂ ਧਾਰਨਾਵਾਂ ਨੂੰ ਉਹਨਾਂ ਦਾ ਖੰਡਨ ਕੀਤਾ ਸੀ, ਉਹਨਾਂ ਸਿੱਧੇ ਤੌਰ ਤੇ ਵਿਰੋਧ ਕੀਤਾ ਸੀ।